प्यारे विद्यार्थियों, सब ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਅੱਜ ਤੁਹਾਨੂੰ ਜਮਾਤ 6ਵੀਂ ਦਾ ਪਾਠ ਨੰਬਰ 7 ਪੌਦਿਆਂ ਨੂੰ ਜਾਣੋ ਯਾਨੀ ਕਿ ਗੈਟਿੰਗ ਟੂ ਨੋ ਪਲਾਂਟਸ ਉਹ ਕਰਵਾਉਣ ਜਾ ਰਹੀ ਹਾਂ। ਤੁਸੀਂ ਸਭ ਨੇ ਇਹ ਚੈਪਟਰ ਬਿਲਕੁਲ ਧਿਆਨ ਨਾਲ ਸੁਣਨਾ ਹੈ ਬੱਚੇ। ਤੁਸੀਂ ਸਭ ਨੇ ਆਸ-ਪਾਸ ਦੇ ਬਗੀਚੇ, ਪਾਰਕ ਜਾਂ ਜੰਗਲਾਂ ਵਿੱਚ ਵੱਖ-ਵੱਖ ਪੌਦੇ ਦੇਖੇ ਹੋਣਗੇ। ਪੌਦੇ ਸਾਡੀ ਜ਼ਿੰਦਗੀ ਦਾ ਬਹੁਤ ਮਹੱਤਵਪੂਰਨ ਹਿੱਸਾ ਹਨ। ਮਨੁੱਖ ਨੂੰ ਜਿਉਂਦੇ ਰਹਿਣ ਲਈ ਆਕਸੀਜਨ ਗੈਸ ਦੀ ਜ਼ਰੂਰਤ ਹੁੰਦੀ ਹੈ, ਉਹ ਸਾਨੂੰ ਪੌਦਿਆਂ ਤੋਂ ਹੀ ਪ੍ਰਾਪਤ ਹੁੰਦੀ ਹੈ। ਜਦੋਂ ਆਪਾਂ ਸਾਹ ਲੈਂਦੇ ਹਾਂ ਤਾਂ ਆਪਾਂ ਪੌਦਿਆਂ ਵੱਲੋਂ ਛੱਡੀ ਹੋਈ ਆਕਸੀਜਨ ਉਹ ਗ੍ਰਹਿਣ ਕਰਦੇ ਹਾਂ ਅਤੇ ਕਾਰਬਨ ਡਾਈਆਕਸਾਈਡ ਜੋ ਆਪਾਂ ਰਿਲੀਜ਼ ਕਰਦੇ ਹਾਂ ਉਹ ਪੌਦੇ ਗ੍ਰਹਿਣ ਕਰ ਲੈਂਦੇ ਹਨ ਅਤੇ ਇਸ ਤਰੀਕੇ ਨਾਲ ਆਪਣੀ ਸਾਹ ਪ੍ਰਕਿਰਿਆ ਚੱਲਦੀ ਰਹਿੰਦੀ ਹੈ। ਬੇਟਾ ਇਹ ਸਾਡੇ ਵਾਤਾਵਰਣ ਨੂੰ ਵੀ ਸ਼ੁੱਧ ਰੱਖਦੇ ਹਨ ਅਤੇ ਕੁਦਰਤ ਵਿੱਚ ਵੀ ਬੈਲੈਂਸ ਜਾਂ ਸੰਤੁਲਨ ਬਣਾਈ ਰੱਖਦੇ ਹਨ। ਸਾਨੂੰ ਪੌਦਿਆਂ ਤੋਂ ਹੋਰ ਵੀ ਬਹੁਤ ਕੁਝ ਮਿਲਦਾ ਹੈ, ਜਿਵੇਂ ਕਿ ਲੱਕੜ, ਕਾਗਜ਼, ਸਬਜ਼ੀਆਂ, ਫਲ, ਗੂੰਦ, ਰਬੜ ਅਤੇ ਹੋਰ ਵੀ ਬਹੁਤ ਕੁਝ ਮਿਲਦਾ ਹੈ। ਜਿਵੇਂ ਤੁਸੀਂ ਸਭ ਨੇ ਦੇਖਿਆ ਹੀ ਹੈ ਕਿ ਸਾਰੇ ਪੌਦੇ ਵੱਖ-ਵੱਖ ਤਰ੍ਹਾਂ ਦੇ ਹੁੰਦੇ ਹਨ ਅਤੇ ਉਹਨਾਂ ਦਾ ਰੰਗ, ਉਚਾਈ, ਆਕਾਰ ਅਤੇ ਬਣਤਰ ਇੱਕੋ ਜਿਹੀ ਨਹੀਂ ਹੁੰਦੀ। ਕਈ ਪੌਦਿਆਂ ਦੇ ਫੁੱਲ ਲੱਗੇ ਹੁੰਦੇ ਹਨ ਜਦਕਿ ਕਈਆਂ ਦੇ ਨਹੀਂ ਲੱਗੇ ਹੁੰਦੇ। ਅਸੀਂ ਪੌਦਿਆਂ ਨੂੰ ਉਹਨਾਂ ਦੀ ਰੰਗ, ਬਣਤਰ ਜਾਂ ਆਕਾਰ ਜਾਂ ਉਚਾਈ ਆਦਿ ਦੇ ਆਧਾਰ 'ਤੇ ਸ਼੍ਰੇਣੀਆਂ ਵਿੱਚ ਵੰਡ ਸਕਦੇ ਹਾਂ। ਅਤੇ ਬੇਟੇ ਹੁਣ ਮੈਂ ਤੁਹਾਨੂੰ ਪੌਦਿਆਂ ਦੀ ਵੱਖ-ਵੱਖ ਕਿਸਮਾਂ ਬਾਰੇ ਜਾਣਕਾਰੀ ਦੇਵਾਂਗੀ। ਪਰ ਉਸ ਤੋਂ ਪਹਿਲਾਂ ਬੇਟਾ ਤੁਹਾਨੂੰ ਪੌਦਿਆਂ ਦੇ ਕੁਝ ਮੁੱਖ ਭਾਗਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਪੌਦੇ ਦੇ ਮੁੱਖ ਭਾਗ ਹਨ ਜੜ੍ਹਾਂ, ਤਣਾ, ਪੱਤਾ ਅਤੇ ਫੁੱਲ। ਜੋ ਤੁਹਾਨੂੰ ਪੌਦੇ ਦੇ ਜ਼ਮੀਨ ਤੋਂ ਹੇਠਾਂ ਵਾਲਾ ਹਿੱਸਾ ਦਿਖ ਰਿਹਾ ਹੈ ਉਹਨਾਂ ਨੂੰ ਆਪਾਂ ਜੜ੍ਹਾਂ ਕਹਿੰਦੇ ਹਾਂ। ਦੂਸਰਾ ਜੋ ਤੁਹਾਨੂੰ ਜ਼ਮੀਨ ਦੇ ਉੱਪਰ ਦਿਖ ਰਿਹਾ ਹੈ ਉਸਨੂੰ ਪੌਦੇ ਦਾ ਮੁੱਖ ਧੁਰਾ ਆਖਦੇ ਹਨ, ਉਹ ਹੈ ਤਣਾ। ਇਹ ਪੌਦੇ ਨੂੰ ਸਿੱਧਾ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਪੌਦੇ ਵਿੱਚ ਹੇਠਾਂ ਤੋਂ ਉੱਪਰ ਅਤੇ ਉੱਪਰ ਤੋਂ ਹੇਠਾਂ ਵੱਲ ਪਦਾਰਥ ਦਾ ਆਦਾਨ ਪ੍ਰਦਾਨ ਕਰਦਾ ਹੈ। ਉਸ ਤੋਂ ਬਾਅਦ ਆ ਗਿਆ ਪੱਤਾ। ਪੱਤਾ ਪੌਦੇ ਦਾ ਇੱਕ ਪਤਲਾ, ਚਪਟਾ ਅਤੇ ਹਰੇ ਰੰਗ ਦਾ ਭਾਗ ਹੈ ਜੋ ਤਣੇ ਦੀ ਗੰਢ ਤੋਂ ਉੱਭਰਦਾ ਹੈ। ਉਸ ਤੋਂ ਅਗਲਾ ਭਾਗ ਹੈ ਬੇਟੇ ਫੁੱਲ, ਪੌਦੇ ਦਾ ਸਭ ਤੋਂ ਸੁੰਦਰ, ਆਕਰਸ਼ਕ ਅਤੇ ਰੰਗੀਨ ਹਿੱਸਾ। ਇਹ ਪੌਦੇ ਦਾ ਜਨਨ ਅੰਗ ਹੁੰਦਾ ਹੈ ਅਤੇ ਇਹ ਸੀ ਬੇਟਾ ਪੌਦਿਆਂ ਦੇ ਕੁਝ ਮੁੱਖ ਭਾਗਾਂ ਦੇ ਨਾਮ। ਇਹਨਾਂ ਬਾਰੇ ਵਿਸਤਾਰ ਵਿੱਚ ਤੁਹਾਨੂੰ ਪਾਠ ਦੇ ਵਿੱਚ ਦੱਸਿਆ ਜਾਊਗਾ। ਬੇਟਾ ਪੌਦਿਆਂ ਨੂੰ ਵੱਖ-ਵੱਖ ਕਿਸਮਾਂ ਵਿੱਚ ਵੰਡਣ ਦੇ ਬਹੁਤ ਸਾਰੇ ਤਰੀਕੇ ਹਨ, ਪਰ ਜੇਕਰ ਆਪਾਂ ਪੌਦਿਆਂ ਨੂੰ ਉਹਨਾਂ ਦੀ ਉਚਾਈ ਅਤੇ ਤਣੇ ਦੀ ਕਿਸਮ ਦੇ ਆਧਾਰ 'ਤੇ ਸ਼੍ਰੇਣੀਆਂ ਵਿੱਚ ਵੰਡਦੇ ਹਾਂ ਤਾਂ ਉਸਦੇ 3 ਪ੍ਰਕਾਰ ਬਣ ਜਾਂਦੇ ਹਨ, ਯਾਨੀ ਕਿ 3 ਕਿਸਮਾਂ ਬਣ ਜਾਂਦੀਆਂ ਹਨ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਬੂਟੀ, ਝਾੜੀ ਅਤੇ ਰੁੱਖ, ਯਾਨੀ ਕਿ ਹਰਬਸ, ਸ਼ਰਬਸ ਐਂਡ ਟਰੀਜ਼। ਬੇਟਾ ਹੁਣ ਆਪਾਂ ਪੌਦਿਆਂ ਦੀ ਇਹ ਕਿਸਮਾਂ ਨੂੰ ਵਿਸਤਾਰ ਵਿੱਚ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਬੇਟਾ ਆਪਾਂ ਪੜ੍ਹਾਂਗੇ ਬੂਟੀ ਬਾਰੇ। ਬੂਟੀ ਕੀ ਹੁੰਦੀ ਹੈ? 1 ਮੀਟਰ ਤੋਂ ਘੱਟ ਉਚਾਈ ਵਾਲੇ ਪੌਦੇ ਜੋ ਕਿ ਛੋਟੇ ਆਕਾਰ ਦੇ ਹੁੰਦੇ ਹਨ। ਇਹਨਾਂ ਦਾ ਤਣਾ ਕਿਵੇਂ ਦਾ ਹੁੰਦਾ ਹੈ? ਨਰਮ ਅਤੇ ਹਰਾ। ਇਹਨਾਂ ਦੀਆਂ ਸ਼ਾਖਾਵਾਂ ਵੀ ਨਹੀਂ ਹੁੰਦੀਆਂ। ਇਹਨਾਂ ਦੀਆਂ ਉਦਾਹਰਨਾਂ ਕੀ ਹਨ ਬੇਟਾ? ਕਣਕ, ਚੌਲ, ਮੱਕੀ, ਘਾਹ ਅਤੇ ਤੁਲਸੀ। ਉਸ ਤੋਂ ਬਾਅਦ ਬੇਟਾ ਆ ਗਿਆ ਝਾੜੀਆਂ। ਝਾੜੀ ਦਰਮਿਆਨੇ ਆਕਾਰ ਦੀ ਹੁੰਦੀ ਹੈ। ਇਸ ਦੀ ਉਚਾਈ ਕਿੰਨੀ ਹੁੰਦੀ ਹੈ? 1 ਤੋਂ ਲੈ ਕੇ 3 ਮੀਟਰ ਤੱਕ ਦੀ। ਇਸ ਦਾ ਤਣਾ ਸਖਤ ਹੁੰਦਾ ਹੈ ਅਤੇ ਇਹਨਾਂ ਦੀਆਂ ਸ਼ਾਖਾਵਾਂ ਹੁੰਦੀਆਂ ਹਨ ਜੋ ਕਿ ਤਣੇ ਦੇ ਆਧਾਰ ਦੇ ਬਿਲਕੁਲ ਨੇੜੇ ਹੁੰਦੀਆਂ ਹਨ, ਮਤਲਬ ਜ਼ਮੀਨ ਦੇ ਬਿਲਕੁਲ ਨਾਲ। ਅਤੇ ਇਸ ਦੀ ਉਦਾਹਰਨ ਹੈ ਗੁਲਾਬ ਅਤੇ ਨਿੰਬੂ। ਲਾਸਟ 'ਤੇ ਅੱਗੇ ਬੇਟੇ ਰੁੱਖ ਯਾਨੀ ਕਿ ਟਰੀਜ਼। ਰੁੱਖ ਲੰਬੇ ਅਤੇ ਵੱਡੇ ਆਕਾਰ ਦੇ ਪੌਦੇ ਹਨ। ਇਹਨਾਂ ਦੀ ਉਚਾਈ ਕਿੰਨੀ ਹੁੰਦੀ ਹੈ? 3 ਮੀਟਰ ਤੋਂ ਵੱਧ। ਇਹਨਾਂ ਦਾ ਤਣਾ ਕਿਵੇਂ ਦਾ ਹੁੰਦਾ ਹੈ? ਮਜ਼ਬੂਤ। ਇਹਨਾਂ ਦੀਆਂ ਸ਼ਾਖਾਵਾਂ ਤਣੇ ਦੇ ਆਧਾਰ ਤੋਂ ਉੱਪਰ ਨਿਕਲਦੀਆਂ ਹਨ, ਯਾਨੀ ਕਿ ਜ਼ਮੀਨ ਤੋਂ ਕੁਝ ਉਚਾਈ 'ਤੇ। ਰੁੱਖ ਦੀ ਉਦਾਹਰਨ ਕੀ ਹੈ ਬੇਟੇ? ਅੰਬ, ਨਿੰਮ ਅਤੇ ਬੋਹੜ। ਅਤੇ ਹੁਣ ਤੁਸੀਂ ਆਰਾਮ ਨਾਲ ਪੌਦਿਆਂ ਦੀ ਇਹਨਾਂ 3 ਕਿਸਮਾਂ ਦੇ ਵਿੱਚ ਅੰਤਰ ਦੱਸ ਸਕਦੇ ਹੋ, ਉਹਨਾਂ ਦੀ ਉਚਾਈ ਅਤੇ ਤਣੇ ਦੀ ਕਿਸਮ ਦੇ ਆਧਾਰ 'ਤੇ ਅਤੇ ਉਸ ਨਾਲ ਉਹਨਾਂ ਦੀ ਉਦਾਹਰਨਾਂ ਦੇ ਕੇ। ਅਤੇ ਬੇਟਾ ਹੁਣ ਆਪਾਂ ਕਰਨ ਜਾ ਰਹੇ ਹਾਂ ਕਰੀਪਰ ਵੇਲ ਅਤੇ ਕਲਾਈਂਬਰ ਵੇਲ ਬਾਰੇ। ਇਹ ਦੋਨੋਂ ਪੌਦਿਆਂ ਦੇ ਤਣੇ ਬਹੁਤ ਕਮਜ਼ੋਰ ਹੁੰਦੇ ਹਨ ਜੋ ਆਪਣੇ ਆਪ ਸਿੱਧੇ ਖੜ੍ਹੇ ਨਹੀਂ ਹੋ ਸਕਦੇ। ਕਰੀਪਰ ਅਤੇ ਕਲਾਈਂਬਰ ਵੇਲ 'ਚ ਕੀ ਫ਼ਰਕ ਹੈ? ਕਰੀਪਰ ਵੇਲ ਜ਼ਮੀਨ 'ਤੇ ਫੈਲ ਜਾਂਦੀ ਹੈ ਅਤੇ ਇਹ ਜ਼ਮੀਨ ਦੇ ਵੱਲ ਵਧਣਾ ਸ਼ੁਰੂ ਹੋ ਜਾਂਦੇ ਨੇ ਅਤੇ ਕਲਾਈਂਬਰ ਵੇਲ ਵਧਣ ਲਈ ਆਸ-ਪਾਸ ਦੀਆਂ ਵਸਤੂਆਂ ਦਾ ਸਹਾਰਾ ਲੈਂਦੀ ਹੈ।
ਜਿਸ ਤਰ੍ਹਾਂ ਨਾਲ ਤੁਸੀਂ ਇਸ ਫੋਟੋ ਵਿੱਚ ਦੇਖ ਹੀ ਰਹੇ ਹੋ। ਕ੍ਰੀਪਰ ਵੇਲ ਦੀ ਉਦਾਹਰਨ ਹੈ ਕੱਦੂ ਅਤੇ ਤਰਬੂਜ। ਕਲਾਈਂਬਰ ਵੇਲ ਦੀ ਉਦਾਹਰਨ ਹੈ ਮਨੀ ਪਲਾਂਟ ਅਤੇ ਅੰਗੂਰ। ਆਈ ਹੋਪ ਤੁਹਾਨੂੰ ਦੋਨਾਂ ਵਿੱਚ ਹੁਣ ਅੰਤਰ ਪਤਾ ਚੱਲ ਗਿਆ ਹੋਵੇਗਾ। ਤੇ ਜੇਕਰ ਬੇਟਾ ਹੁਣ ਆਪਾਂ ਬਣਤਰ ਦੇ ਆਧਾਰ 'ਤੇ ਗੱਲ ਕਰੀਏ ਤਾਂ ਆਪਾਂ ਪੌਦੇ ਨੂੰ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ, ਜੜ ਪ੍ਰਣਾਲੀ ਤੇ ਤਣਾ ਪ੍ਰਣਾਲੀ। ਜੜ ਪ੍ਰਣਾਲੀ ਯਾਨੀ ਕਿ ਰੂਟ ਸਿਸਟਮ, ਪੌਦੇ ਦੇ ਜ਼ਮੀਨ ਤੋਂ ਹੇਠਾਂ ਵਾਲੇ ਹਿੱਸੇ ਨੂੰ ਜੜ ਪ੍ਰਣਾਲੀ ਕਿਹਾ ਜਾਂਦਾ ਹੈ। ਤਣਾ ਪ੍ਰਣਾਲੀ ਮੀਨਸ ਸ਼ੂਟ ਸਿਸਟਮ, ਪੌਦੇ ਦੇ ਜ਼ਮੀਨ ਤੋਂ ਉੱਪਰ ਵਾਲੇ ਹਿੱਸੇ ਨੂੰ ਤਣਾ ਪ੍ਰਣਾਲੀ ਕਿਹਾ ਜਾਂਦਾ ਹੈ। ਸੋ ਬੇਟਾ ਜੜ ਪ੍ਰਣਾਲੀ ਦੇ ਵਿੱਚ ਜੜ੍ਹਾਂ ਦੇ ਕੀ ਕੰਮ ਹਨ ਯਾਨੀ ਕਿ ਰੂਟਸ ਦੇ ਕੀ ਫੰਕਸ਼ਨ ਹਨ। ਪਹਿਲਾ, ਜੜ੍ਹਾਂ ਮਿੱਟੀ ਵਿੱਚ ਪੌਦੇ ਦੀ ਪਕੜ ਬਣਾਉਂਦੀਆਂ ਹਨ ਤਾਂ ਜੋ ਇਹ ਡਿੱਗ ਨਾ ਪਵੇ, ਕਿਉਂਕਿ ਜਦੋਂ ਵੀ ਬੇਟਾ ਤੁਸੀਂ ਜ਼ਮੀਨ ਦੇ ਵਿੱਚੋਂ ਕਿਸੇ ਪੌਦੇ ਨੂੰ ਪੁੱਟਣ ਦੀ ਕੋਸ਼ਿਸ਼ ਕਰੋਗੇ ਤਾਂ ਪੌਦੇ ਆਸਾਨੀ ਨਾਲ ਜੜ੍ਹੋਂ ਉਖਾੜੇ ਨਹੀਂ ਜਾ ਸਕਦੇ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜੜ੍ਹਾਂ ਮਿੱਟੀ ਵਿੱਚ ਪੌਦੇ ਦੀ ਪਕੜ ਬਣਾਉਣ ਵਿੱਚ ਮਦਦ ਕਰਦੀਆਂ ਹਨ। ਕੁਝ ਜੜ੍ਹਾਂ ਭੋਜਨ ਵੀ ਜਮ੍ਹਾਂ ਕਰਦੀਆਂ ਹਨ, ਜਿਵੇਂ ਕਿ ਚੁਕੰਦਰ ਅਤੇ ਗਾਜਰ। ਜੜ੍ਹਾਂ ਮਿੱਟੀ ਨੂੰ ਖੁਰਨ ਤੋਂ ਵੀ ਰੋਕਦੀਆਂ ਹਨ ਅਤੇ ਜੜ੍ਹਾਂ ਮਿੱਟੀ ਵਿੱਚੋਂ ਪਾਣੀ ਅਤੇ ਖਣਿਜਾਂ ਨੂੰ ਵੀ ਸੋਖਦੀਆਂ ਹਨ। ਇਹ ਦਰਸਾਉਣ ਲਈ ਕਿ ਮਿੱਟੀ ਵਿੱਚੋਂ ਪਾਣੀ ਅਤੇ ਖਣਿਜ ਦੇ ਸੋਖਣ ਲਈ ਜੜ੍ਹਾਂ ਜ਼ਰੂਰੀ ਹਨ, ਆਪਾਂ ਇੱਕ ਕਿਰਿਆ ਕਰਦੇ ਹਾਂ ਬੇਟੇ। ਸਭ ਤੋਂ ਪਹਿਲਾਂ ਆਪਾਂ ਦੋ ਪੌਦੇ ਲਏ, ਪਲਾਂਟ ਏ ਪਲਾਂਟ ਬੀ। ਆਪਾਂ ਇੱਕ ਦੀ ਜੜ੍ਹਾਂ ਕੈਂਚੀ ਨਾਲ ਕੱਟ ਦਿੱਤੀ। ਹੁਣ ਆਪਾਂ ਦੋਨਾਂ ਪੌਦਿਆਂ ਨੂੰ ਮਿੱਟੀ ਵਿੱਚ ਲਗਾ ਕੇ ਰੋਜ਼ਾਨਾ ਪਾਣੀ ਦੇਣਾ ਹੈ ਅਤੇ ਸਹੀ ਧੁੱਪ ਅਤੇ ਹਵਾ ਪ੍ਰਦਾਨ ਕਰਨੀ ਹੈ। ਤੁਸੀਂ ਦੇਖੋਗੇ ਕਿ ਪਹਿਲਾ ਪੌਦਾ ਤੰਦਰੁਸਤ ਅਤੇ ਵੱਧਦਾ ਰਹਿੰਦਾ ਹੈ, ਪਰ ਦੂਜਾ ਪੌਦਾ ਮੁਰਝਾ ਜਾਂਦਾ ਹੈ। ਇਸ ਤੋਂ ਆਪਾਂ ਇਹ ਸਪਸ਼ਟ ਕਰ ਸਕਦੇ ਹਾਂ ਕਿ ਮਿੱਟੀ ਵਿੱਚੋਂ ਪਾਣੀ ਅਤੇ ਖਣਿਜਾਂ ਨੂੰ ਸੋਖਣ ਲਈ ਜੜ੍ਹਾਂ ਬਹੁਤ ਜ਼ਰੂਰੀ ਹਨ। ਪੌਦਿਆਂ ਦੀਆਂ ਜੜ੍ਹਾਂ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ, ਮੂਸਲ ਜੜ੍ਹ ਅਤੇ ਰੇਸ਼ੇਦਾਰ ਜੜ੍ਹ। ਮੂਸਲ ਜੜ੍ਹ ਮੀਨਸ ਟੈਪ ਰੂਟ, ਰੇਸ਼ੇਦਾਰ ਜੜ੍ਹ ਮੀਨਸ ਫਾਈਬਰਸ ਰੂਟ। ਤੁਸੀਂ ਫੋਟੋ ਵਿੱਚ ਦੇਖ ਹੀ ਸਕਦੇ ਹੋ ਕਿ ਮੂਸਲ ਜੜ੍ਹ ਕਿਸ ਤਰ੍ਹਾਂ ਦੀ ਦਿਖਦੀ ਹੈ ਅਤੇ ਰੇਸ਼ੇਦਾਰ ਜੜ੍ਹ ਕਿਸ ਤਰ੍ਹਾਂ ਦਿਖਦੀ ਹੈ। ਮੂਸਲ ਜੜ੍ਹ ਦੇ ਵਿੱਚ ਕੀ ਹੁੰਦਾ ਹੈ, ਇਹ ਇੱਕ ਮੁੱਖ ਜੜ੍ਹ ਹੈ ਜੋ ਜੜ੍ਹ ਦੇ ਆਧਾਰ ਤੋਂ ਲੰਬਕਾਰੀ ਤੌਰ 'ਤੇ ਥੱਲੇ ਵੱਲ ਨੂੰ ਉੱਗਦੀ ਹੈ ਅਤੇ ਪਾਸੇ ਦੀਆਂ ਛੋਟੀਆਂ-ਛੋਟੀਆਂ ਜੜ੍ਹਾਂ ਵਿੱਚ ਵੰਡੀ ਜਾਂਦੀ ਹੈ। ਮੁੱਖ ਜੜ੍ਹ ਨੂੰ ਆਪਾਂ ਕੀ ਕਹਿੰਦੇ ਹਾਂ, ਪ੍ਰਾਇਮਰੀ ਜੜ੍ਹ, ਅਤੇ ਜੋ ਸ਼ਾਖਾਵਾਂ ਆਪਾਂ ਨੂੰ ਦਿਖ ਰਹੀਆਂ ਨੇ ਉਹਨਾਂ ਨੂੰ ਕੀ ਕਹਿੰਦੇ ਆ, ਸੈਕੰਡਰੀ ਜੜ੍ਹ। ਇਹਨਾਂ ਦੀਆਂ ਉਦਾਹਰਨਾਂ ਕੀ ਨੇ, ਮੂਲੀ, ਨਿੰਮ, ਅੰਬ ਅਤੇ ਛੋਲੇ, ਇਹ ਸਭ ਕੀ ਨੇ, ਮੂਸਲ ਜੜ੍ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਰੇਸ਼ੇਦਾਰ ਜੜ੍ਹ। ਰੇਸ਼ੇਦਾਰ ਜੜ੍ਹ ਮੀਨਸ ਫਾਈਬਰਸ ਰੂਟ। ਇਹਨਾਂ ਜੜ੍ਹਾਂ ਵਿੱਚ ਕੋਈ ਮੁੱਖ ਜੜ੍ਹ ਨਹੀਂ ਹੁੰਦੀ। ਇਹਨਾਂ ਦਾ ਕੀ ਹੁੰਦਾ ਹੈ, ਜੜ੍ਹਾਂ ਦਾ ਇੱਕ ਸਮੂਹ ਹੁੰਦਾ ਹੈ ਜਿਹੜੀਆਂ ਤਣੇ ਦੇ ਆਧਾਰ ਤੋਂ ਸ਼ੁਰੂ ਹੁੰਦੀਆਂ ਹਨ ਅਤੇ ਮਿੱਟੀ ਵਿੱਚ ਥੱਲੇ ਵੱਲ ਨੂੰ ਵੱਧਦੀਆਂ ਹਨ। ਇਹਨਾਂ ਦੀਆਂ ਉਦਾਹਰਨਾਂ ਕੀ ਨੇ, ਘਾਹ, ਮੱਕੀ, ਕਣਕ, ਕੇਲਾ, ਇਹ ਸਭ ਕੀ ਹਨ, ਰੇਸ਼ੇਦਾਰ ਜੜ੍ਹਾਂ। ਹੋਰ ਇਹਨਾਂ ਜੜ੍ਹਾਂ ਵਿੱਚ ਕੀ ਫਰਕ ਹੈ, ਜਿਹੜੀ ਮੂਸਲ ਜੜ੍ਹ ਹੈ ਉਹ ਮਿੱਟੀ ਦੇ ਅੰਦਰ ਡੂੰਘਾਈ ਤੱਕ ਜਾਂਦੀ ਹੈ, ਪਰ ਜਿਹੜੀ ਰੇਸ਼ੇਦਾਰ ਜੜ੍ਹ ਹੈ ਉਹ ਮਿੱਟੀ ਵਿੱਚ ਡੂੰਘਾਈ ਤੱਕ ਨਹੀਂ ਜਾਂਦੀ। ਹੋਰ ਕੀ ਕਹਿ ਸਕਦੇ ਹਾਂ ਆਪਾਂ, ਮੂਸਲ ਜੜ੍ਹ ਹੈ ਜਿਹੜੀ ਉਹ ਲੰਬੀ ਮੁੱਖ ਜੜ੍ਹ ਹੁੰਦੀ ਹੈ ਅਤੇ ਰੇਸ਼ੇਦਾਰ ਜੜ੍ਹ ਵਿੱਚ ਕੋਈ ਮੁੱਖ ਜੜ੍ਹ ਨਹੀਂ ਹੁੰਦੀ। ਜਿਵੇਂ ਤੁਸੀਂ ਫੋਟੋ ਵਿੱਚ ਦੇਖ ਹੀ ਸਕਦੇ ਹੋ ਕਿ ਮੂਸਲ ਜੜ੍ਹ ਵਿੱਚ ਜੜ੍ਹਾਂ ਵੱਖ-ਵੱਖ ਮੋਟਾਈ ਦੀਆਂ ਹੁੰਦੀਆਂ ਹਨ, ਪਰ ਰੇਸ਼ੇਦਾਰ ਜੜ੍ਹ ਵਿੱਚ ਜੜ੍ਹਾਂ ਦੀ ਮੋਟਾਈ ਇੱਕੋ ਜਿਹੀ ਹੁੰਦੀ ਹੈ। ਇਹ ਦੋਨੋਂ ਜੜ੍ਹਾਂ ਦੇ ਪੌਦਿਆਂ ਦੇ ਪੱਤਿਆਂ ਵਿੱਚ ਵੀ ਅੰਤਰ ਹੁੰਦਾ ਹੈ। ਜਿਹੜੇ ਮੂਸਲ ਜੜ੍ਹ ਦੇ ਪੌਦੇ ਦੇ ਪੱਤੇ ਹੁੰਦੇ ਹਨ ਉਹਨਾਂ ਵਿੱਚ ਜਾਲੀਦਾਰ ਸਿਰਾ ਵਿਨਿਆਸ ਹੁੰਦਾ ਹੈ ਅਤੇ ਜਿਹੜੇ ਰੇਸ਼ੇਦਾਰ ਜੜ੍ਹ ਵਾਲੇ ਪੌਦੇ ਦੇ ਪੱਤੇ ਹੁੰਦੇ ਹਨ ਉਹਨਾਂ ਵਿੱਚ ਕੀ ਹੁੰਦਾ ਹੈ, ਸਮਾਨਾਂਤਰ ਸਿਰਾ ਵਿਨਿਆਸ, ਜਿਸ ਬਾਰੇ ਤੁਸੀਂ ਇਸ ਫੋਟੋ ਵਿੱਚ ਦੇਖ ਸਕਦੇ ਹੋ। ਇਸ ਦੇ ਬਾਰੇ ਚੰਗੀ ਤਰ੍ਹਾਂ ਤੁਹਾਨੂੰ ਪੱਤਿਆਂ ਦੇ ਟੌਪਿਕ ਵਿੱਚ ਵੀ ਦੱਸਿਆ ਜਾਊਗਾ। ਜੜ ਪ੍ਰਣਾਲੀ ਬਾਰੇ ਬੇਟਾ ਤੁਹਾਨੂੰ ਸਭ ਨੂੰ ਦੱਸਿਆ ਜਾ ਚੁੱਕਿਆ ਹੈ। ਹੁਣ ਆਪਾਂ ਕਰਨ ਜਾ ਰਹੇ ਹਾਂ ਤਣਾ ਪ੍ਰਣਾਲੀ ਯਾਨੀ ਕਿ ਸ਼ੂਟ ਸਿਸਟਮ। ਤਣਾ ਪ੍ਰਣਾਲੀ ਕੀ ਹੈ ਕਿਹਾ ਸੀ ਮੈਂ ਤੁਹਾਨੂੰ, ਪੌਦੇ ਦੇ ਜ਼ਮੀਨ ਤੋਂ ਉੱਪਰ ਵਾਲੇ ਹਿੱਸੇ ਨੂੰ ਤਣਾ ਪ੍ਰਣਾਲੀ ਕਿਹਾ ਜਾਂਦਾ ਹੈ। ਇਸ ਵਿੱਚ ਕੀ ਕੀ ਆਉਂਦਾ ਹੈ, ਪੱਤੇ, ਤਣਾ, ਫਲ ਅਤੇ ਫੁੱਲ। ਪਰ ਆਪਾਂ ਤਣਾ ਪ੍ਰਣਾਲੀ ਦੇ ਮੁੱਖ ਹਿੱਸੇ ਜੋ ਹੈ ਤਣਾ, ਪੱਤੇ ਅਤੇ ਫੁੱਲ ਬਾਰੇ ਵਿਸਤਾਰ ਵਿੱਚ ਹੁਣ ਪੜ੍ਹਾਂਗੇ। ਸਭ ਤੋਂ ਪਹਿਲਾਂ ਆ ਗਿਆ ਤਣਾ ਯਾਨੀ ਕਿ ਸਟੈਮ। ਆਪਾਂ ਜਿਵੇਂ ਕਿ ਕੀਤਾ ਹੀ ਸੀਗਾ ਕਿ ਤਣਾ ਪੌਦੇ ਦਾ ਮੁੱਖ ਧੁਰਾ ਹੁੰਦਾ ਹੈ। ਇਸ ਵਿੱਚ ਗੰਢਾਂ ਅਤੇ ਅੰਤਰ ਗੰਢਾਂ ਹੁੰਦੀਆਂ ਹਨ, ਉਹ ਮੈਂ ਤੁਹਾਨੂੰ ਇਸ ਫੋਟੋ ਵਿੱਚ ਦਿਖਾ ਰਹੀ ਹਾਂ। ਤਣੇ ਦੇ ਜਿਸ ਭਾਗ ਤੋਂ ਤੁਹਾਨੂੰ ਨਵੀਆਂ ਸ਼ਾਖਾਵਾਂ ਅਤੇ ਪੱਤੇ ਉੱਭਰਦੇ ਦਿਖ ਰਹੇ ਹਨ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਗੰਢ ਕਹਿੰਦੇ ਹਾਂ, ਮੀਨਸ ਨੋਡ। ਅਤੇ ਦੋ ਗੰਢਾਂ ਦੇ ਵਿਚਕਾਰ ਦੀ ਜਗ੍ਹਾ ਨੂੰ ਕੀ ਕਹਿੰਦੇ ਆ, ਅੰਤਰਗੰਢ ਮੀਨਸ ਇੰਟਰਨੋਡ। ਅਤੇ ਤਣੇ ਦੇ ਛੋਟੇ ਛੋਟੇ ਉਭਾਰਾਂ ਨੂੰ ਕੀ ਕਹਿੰਦੇ ਹਨ, ਕਲੀਆਂ ਮੀਨਸ ਬਡਸ।
ਤਣੇ ਦਾ ਪੌਦੇ ਵਿੱਚ ਕੀ ਕੰਮ ਹੈ? ਤਣਾ ਪੌਦੇ ਨੂੰ ਸਿੱਧਾ ਰੱਖਦਾ ਹੈ। ਇਸ ਲਈ ਇੱਕ ਕਿਰਿਆ ਹੈ, ਉਹਦੇ ਵਿੱਚ ਕੀ ਕਰਨਾ ਹੈ? ਉਹਦੇ ਵਿੱਚ ਤੁਸੀਂ ਇੱਕ ਗਮਲੇ ਵਾਲਾ ਪੌਦਾ ਲਓ। ਹੁਣ ਤੁਸੀਂ ਇਸ ਗਮਲੇ ਨੂੰ ਲੇਟਵੀਂ ਪੋਜੀਸ਼ਨ ਵਿੱਚ ਰੱਖ ਦਿਓ ਕੁਝ ਦਿਨਾਂ ਲਈ ਧੁੱਪ ਵਿੱਚ, ਤਾਂ ਤੁਸੀਂ ਵੇਖੋਗੇ ਕਿ ਤਣਾ ਉੱਪਰ ਵੱਲ ਵਾਧਾ ਕਰਦਾ ਹੈ। ਇਸ ਤੋਂ ਆਪਾਂ ਨੂੰ ਕੀ ਪਤਾ ਚੱਲਦਾ ਹੈ? ਤਣਾ ਹਮੇਸ਼ਾ ਉੱਪਰ ਵੱਲ ਵੱਧਦਾ ਹੈ। ਤਣੇ ਦਾ ਹੋਰ ਕੀ ਕੰਮ ਹੈ? ਤਣਾ ਪਾਣੀ ਅਤੇ ਖਣਿਜਾਂ ਨੂੰ ਜੜ੍ਹਾਂ ਤੋਂ ਸੋਖ ਕੇ ਪੌਦੇ ਦੇ ਉੱਪਰਲੇ ਭਾਗਾਂ ਤੱਕ ਪਹੁੰਚਾਉਂਦਾ ਹੈ। ਇਸ ਤਰੀਕੇ ਨਾਲ ਤਣਾ ਹੇਠਾਂ ਤੋਂ ਉੱਪਰ ਅਤੇ ਉੱਪਰ ਤੋਂ ਹੇਠਾਂ ਵੱਲ ਪਦਾਰਥਾਂ ਦਾ ਆਦਾਨ ਪ੍ਰਦਾਨ ਕਰਦਾ ਹੈ ਅਤੇ ਕੁਝ ਤਣੇ ਭੋਜਨ ਸਮੱਗਰੀ ਵੀ ਜਮ੍ਹਾਂ ਕਰਦੇ ਹਨ, ਜਿਵੇਂ ਆਲੂ, ਅਦਰਕ ਅਤੇ ਹਲਦੀ। ਹੁਣ ਆਪਾਂ ਇੱਕ ਕਿਰਿਆ ਕਰਨੀ ਹੈ ਜਿਸ ਵਿੱਚ ਆਪਾਂ ਇਹ ਦਿਖਾਵਾਂਗੇ ਕਿ ਤਣਾ ਪਾਣੀ ਦੇ ਸੰਚਾਲਨ ਵਿੱਚ ਸਹਾਇਤਾ ਕਰਦਾ ਹੈ। ਉਸ ਲਈ ਆਪਾਂ ਨੂੰ ਇੱਕ ਕੱਚ ਦਾ ਬੀਕਰ ਚਾਹੀਦਾ ਹੈ। ਉਸ ਦੇ ਵਿੱਚ ਆਪਾਂ ਉਸ ਨੂੰ ਪਾਣੀ ਨਾਲ ਭਰ ਲੈਣਾ ਹੈ। ਉਸ ਦੇ ਵਿੱਚ ਆਪਾਂ ਕੁਝ ਕੁ ਡ੍ਰੌਪਸ ਜਾਂ ਕੁਝ ਕੁ ਬੂੰਦਾਂ ਲਾਲ ਰੰਗ ਦੀਆਂ ਪਾ ਦੇਣੀਆਂ ਨੇ। ਫਿਰ ਉਸ ਲਾਲ ਰੰਗ ਨੂੰ ਆਪਾਂ ਪਾਣੀ ਵਿੱਚ ਚੰਗੀ ਤਰ੍ਹਾਂ ਘੋਲ ਦੇਣਾ ਹੈ। ਫਿਰ ਆਪਾਂ ਇੱਕ ਪੌਦੇ ਤੋਂ ਫੁੱਲ ਲੈ ਕੇ ਜਿਸ ਦਾ ਤਣਾ ਉਸ ਦੇ ਨਾਲ ਜੁੜਿਆ ਹੋਵੇ, ਉਸ ਨੂੰ ਆਪਾਂ ਉਸ ਬੀਕਰ ਦੇ ਵਿੱਚ ਪਾ ਦੇਣਾ ਹੈ। ਇਸ ਨੂੰ ਆਪਾਂ ਸਾਰੀ ਰਾਤ ਲਈ ਛੱਡ ਦੇਣਾ ਹੈ। ਇੱਥੋਂ ਆਪਾਂ ਨੂੰ ਕੀ ਪਤਾ ਚੱਲੇਗਾ? ਕੁਝ ਸਮੇਂ ਬਾਅਦ ਫੁੱਲ ਦਾ ਰੰਗ ਨੋਟ ਕਰੋ ਤੁਸੀਂ। ਸਫੇਦ ਫੁੱਲ ਵਿੱਚ ਲਾਲ ਰੰਗ ਦੇ ਧੱਬੇ ਵਿਖਾਈ ਦੇਣਗੇ ਜਾਂ ਧਾਰੀਆਂ ਵਿਖਾਈ ਦੇਣਗੀਆਂ। ਇਸ ਤੋਂ ਆਪਾਂ ਨੂੰ ਕੀ ਪਤਾ ਚੱਲਦਾ ਹੈ? ਤਣਾ ਪਾਣੀ ਦਾ ਵੀ ਸੰਚਾਲਨ ਕਰਦਾ ਹੈ। ਤਾਂ ਹੁਣ ਆਪਾਂ ਕਹਿ ਸਕਦੇ ਹਾਂ ਕਿ ਤਣੇ ਦਾ ਕੀ ਕੰਮ ਹੁੰਦਾ ਹੈ? ਤਣਾ ਪੌਦੇ ਨੂੰ ਸਿੱਧਾ ਰੱਖਦਾ ਹੈ। ਤਣਾ ਪਾਣੀ ਅਤੇ ਖਣਿਜਾਂ ਨੂੰ ਜੜ੍ਹਾਂ ਤੋਂ ਸੋਖ ਕੇ ਪੌਦੇ ਦੇ ਉੱਪਰਲੇ ਭਾਗਾਂ ਤੱਕ ਪਹੁੰਚਾਉਂਦਾ ਹੈ ਅਤੇ ਕੁਝ ਤਣੇ ਭੋਜਨ ਸਮੱਗਰੀ ਨੂੰ ਵੀ ਜਮ੍ਹਾਂ ਕਰਦੇ ਹਨ ਅਤੇ ਤਣਾ ਪਾਣੀ ਦੇ ਸੰਚਾਲਨ ਵਿੱਚ ਵੀ ਸਹਾਇਤਾ ਕਰਦਾ ਹੈ। ਆਪਾਂ ਪਹਿਲਾਂ ਵੀ ਕਿਹਾ ਸੀ ਕਿ ਜੜ੍ਹਾਂ ਮਿੱਟੀ ਵਿੱਚੋਂ ਪਾਣੀ ਅਤੇ ਖਣਿਜਾਂ ਨੂੰ ਸੋਖਦੀਆਂ ਹਨ, ਯਾਨੀ ਕਿ ਪੌਸ਼ਟਿਕ ਤੱਤਾਂ ਨੂੰ ਸੋਖਦੀਆਂ ਹਨ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜੜ੍ਹ ਅਤੇ ਤਣਾ ਪ੍ਰਣਾਲੀਆਂ ਦੋਵੇਂ ਹੀ ਭੋਜਨ ਜਮ੍ਹਾਂ ਕਰਦੀਆਂ ਹਨ। ਹੁਣ ਆਪਾਂ ਕਰਨ ਜਾ ਰਹੇ ਹਾਂ ਪੱਤਾ, ਯਾਨੀ ਕਿ ਲੀਵਸ। ਇਹ ਵੀ ਤਣਾ ਪ੍ਰਣਾਲੀ ਦਾ ਹੀ ਇੱਕ ਹਿੱਸਾ ਹਨ। ਪੱਤਾ ਪੌਦੇ ਦਾ ਇੱਕ ਪਤਲਾ, ਚਪਟਾ ਅਤੇ ਹਰੇ ਰੰਗ ਦਾ ਭਾਗ ਹੈ ਜੋ ਤਣੇ ਦੀ ਗੰਢ ਤੋਂ ਉੱਭਰਦਾ ਹੈ। ਤੁਸੀਂ ਸਭ ਨੇ ਆਲੇ ਦੁਆਲੇ ਦੇ ਪੌਦਿਆਂ ਦੇ ਪੱਤਿਆਂ ਨੂੰ ਵੇਖਿਆ ਹੋਵੇਗਾ। ਸਭ ਪੱਤਿਆਂ ਦਾ ਰੰਗ, ਸ਼ਕਲ ਅਤੇ ਆਕਾਰ ਇੱਕੋ ਜਿਹਾ ਨਹੀਂ ਹੁੰਦਾ। ਇਸ ਲਈ ਤੁਸੀਂ ਇੱਕ ਕਿਰਿਆ ਕਰੋਗੇ। ਤੁਸੀਂ ਕੀ ਕਰਨਾ ਹੈ? ਪੱਤੇ ਦਾ ਰਫ ਸਰਫੇਸ ਜਿਹੜਾ ਹੋਏਗਾ ਉਸ ਨੂੰ ਇੱਕ ਸਫੇਦ ਕਾਗਜ਼ ਜਾਂ ਆਪਣੀ ਕਾਪੀ ਦੇ ਪੰਨੇ ਹੇਠ ਰੱਖੋ। ਫਿਰ ਇੱਕ ਥਾਂ 'ਤੇ ਦੱਬ ਕੇ ਪਕੜ ਕੇ ਰੱਖੋ ਉਸ ਕਾਗਜ਼ ਨੂੰ। ਆਪਣੀ ਪੈਨਸਿਲ ਨੂੰ ਤਿਰਛਾ ਫੜ ਕੇ ਇਸ ਦੀ ਨੋਕ ਨਾਲ ਕਾਗਜ਼ ਦੇ ਉਸ ਭਾਗ ਨੂੰ ਜਿਸ ਦੇ ਹੇਠਾਂ ਪੱਤਾ ਹੈ ਹੌਲੀ ਹੌਲੀ ਰਗੜੋ। ਕੀ ਤੁਹਾਨੂੰ ਕੁਝ ਰੇਖਾਵਾਂ ਵਾਲਾ ਛਾਪਾ ਦਿਖਾਈ ਦੇ ਰਿਹਾ ਹੈ? ਪੱਤੇ ਦੇ ਇਹਨਾਂ ਰੇਖਾਵਾਂ ਵਰਗੀਆਂ ਰਚਨਾਵਾਂ ਨੂੰ ਸ਼ਿਰਾਵਾਂ ਆਖਦੇ ਹਨ ਅਤੇ ਪੱਤੇ ਦੇ ਵਿਚਕਾਰ ਇੱਕ ਮੋਟੀ ਰੇਖਾ ਦਿਖਾਈ ਦੇ ਰਹੀ ਹੋਏਗੀ ਤੁਹਾਨੂੰ, ਉਸ ਨੂੰ ਮੱਧ ਸ਼ਿਰਾ ਜਾਂ ਮਿਡਰਿਬ ਆਖਦੇ ਹਨ। ਪੱਤੇ ਦਾ ਉਹ ਭਾਗ ਜਿਸ ਰਾਹੀਂ ਉਹ ਤਣੇ ਨਾਲ ਜੁੜਿਆ ਹੁੰਦਾ ਹੈ ਉਹ ਪੱਤੇ ਦੀ ਡੰਡੀ ਅਖਵਾਉਂਦਾ ਹੈ ਜਾਂ ਉਸ ਨੂੰ ਪਿਟਿਊਲ ਆਖਦੇ ਹਨ। ਪੱਤੇ ਦੇ ਚਪਟੇ, ਹਰੇ ਅਤੇ ਫੈਲੇ ਹੋਏ ਹਿੱਸੇ ਨੂੰ ਪੱਤਾ ਬਲੇਡ ਜਾਂ ਲੈਮਿਨਾ ਕਿਹਾ ਜਾਂਦਾ ਹੈ ਤੇ ਸ਼ਿਰਾਵਾਂ ਨੂੰ ਵੇਨਸ ਵੀ ਕਿਹਾ ਜਾਂਦਾ ਹੈ। ਪੱਤੇ ਵਿੱਚ ਇਹਨਾਂ ਸ਼ਿਰਾਵਾਂ ਨਾਲ ਬਣੀ ਬਣਤਰ ਜਾਂ ਢਾਂਚੇ ਨੂੰ ਸ਼ਿਰਾ ਵਿਨਿਆਸ ਕਹਿੰਦੇ ਹਨ। ਮੀਨਸ ਵਿਨੇਸ਼ਨ। ਸ਼ਿਰਾ ਵਿਨਿਆਸ ਦੋ ਕਿਸਮਾਂ ਦਾ ਹੁੰਦਾ ਹੈ। ਇੱਕ ਹੁੰਦਾ ਹੈ ਜਾਲੀਦਾਰ ਸ਼ਿਰਾ ਵਿਨਿਆਸ, ਇੱਕ ਹੁੰਦਾ ਹੈ ਸਮਾਨਾਂਤਰ ਸ਼ਿਰਾ ਵਿਨਿਆਸ। ਜਿਵੇਂ ਕਿ ਤੁਸੀਂ ਇਸ ਸਲਾਈਡ ਵਿੱਚ ਦੇਖ ਹੀ ਸਕਦੇ ਹੋ, ਜਦੋਂ ਸ਼ਿਰਾਵਾਂ ਇੱਕ ਜਾਲ ਵਰਗੀ ਬਣਤਰ ਬਣਾਉਂਦੀਆਂ ਹਨ ਤਾਂ ਇਸ ਨੂੰ ਜਾਲੀਦਾਰ ਸ਼ਿਰਾ ਵਿਨਿਆਸ ਆਖਦੇ ਹਨ, ਮੀਨਸ ਰੈਟੀਕੂਲੇਟ ਵਿਨੇਸ਼ਨ। ਤੇ ਜਦੋਂ ਸ਼ਿਰਾਵਾਂ ਇੱਕ ਦੂਜੇ ਦੇ ਸਮਾਨਾਂਤਰ ਹੁੰਦੀਆਂ ਹਨ ਜਾਂ ਪੈਰਲਲ ਹੁੰਦੀਆਂ ਹਨ ਤਾਂ ਇਸ ਨੂੰ ਸਮਾਨਾਂਤਰ ਸ਼ਿਰਾ ਵਿਨਿਆਸ ਆਖਦੇ ਹਨ, ਮੀਨਸ ਪੈਰਲਲ ਵਿਨੇਸ਼ਨ। ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਮੂਸਲ ਜੜ੍ਹ ਵਿੱਚ ਜਾਲੀਦਾਰ ਸ਼ਿਰਾ ਵਿਨਿਆਸ ਹੁੰਦਾ ਹੈ। ਜਿਸ ਤਰੀਕੇ ਨਾਲ ਆਪਾਂ ਮੂਸਲ ਜੜ੍ਹ ਅਤੇ ਰੇਸ਼ੇਦਾਰ ਜੜ੍ਹ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਮੂਸਲ ਜੜ੍ਹ ਦੇ ਪੌਦਿਆਂ ਦੇ ਪੱਤਿਆਂ ਵਿੱਚ ਜਾਲੀਦਾਰ ਸ਼ਿਰਾ ਵਿਨਿਆਸ ਹੁੰਦਾ ਹੈ, ਤੇ ਜੋ ਆਪਾਂ ਮੂਸਲ ਜੜ੍ਹ ਵਿੱਚ ਉਦਾਹਰਨਾਂ ਕੀਤੀਆਂ ਸੀ ਉਹੀ ਆਪਾਂ ਜਾਲੀਦਾਰ ਸ਼ਿਰਾ ਵਿਨਿਆਸ ਵਾਲੇ ਪੱਤਿਆਂ ਦੀ ਉਦਾਹਰਨਾਂ ਕਰ ਸਕਦੇ ਹਾਂ। ਮਤਲਬ ਮੂਲੀ, ਨਿੰਮ, ਅੰਬ ਅਤੇ ਛੋਲੇ ਦੇ ਪੱਤਿਆਂ ਵਿੱਚ ਜਾਲੀਦਾਰ ਸ਼ਿਰਾ ਵਿਨਿਆਸ ਹੁੰਦਾ ਹੈ। ਤੇ ਉਸ ਤਰੀਕੇ ਨਾਲ ਹੀ ਜੋ ਆਪਾਂ ਰੇਸ਼ੇਦਾਰ ਜੜ੍ਹ ਯਾਨੀ ਕਿ ਫਾਈਬਰਸ ਰੂਟ ਦੀਆਂ ਉਦਾਹਰਨਾਂ ਕੀਤੀਆਂ ਸੀ
ਉਹੀ ਆਪਣੀਆਂ ਸਮਾਨਾਂਤਰ ਸ਼ਿਰਾ ਵਿਨਿਆਸ ਦੀਆਂ ਉਦਾਹਰਨਾਂ ਬਣ ਜਾਣਗੀਆਂ। ਉਸ ਟਾਈਮ ਆਪਾਂ ਕੀ ਕੀਤਾ ਸੀ, ਘਾਹ, ਮੱਕੀ, ਕਣਕ ਅਤੇ ਕੇਲਾ ਦੀਆਂ ਜੜ੍ਹਾਂ ਰੇਸ਼ੇਦਾਰ ਹੁੰਦੀਆਂ ਹਨ, ਤਾਂ ਉਹਨਾਂ ਦੇ ਵਿੱਚ ਕਿਹੜਾ ਸ਼ਿਰਾ ਵਿਨਿਆਸ ਹੋਊਗਾ? ਸਮਾਨਾਂਤਰ ਸ਼ਿਰਾ ਵਿਨਿਆਸ। ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੌਦੇ ਦੀਆਂ ਟਹਿਣੀਆਂ ਤਣੇ ਤੋਂ ਉੱਭਰਦੀਆਂ ਹਨ ਅਤੇ ਤਣੇ ਅਤੇ ਟਹਿਣੀਆਂ ਤੋਂ ਹੀ ਪੱਤੇ ਉੱਗਦੇ ਹਨ। ਪੱਤਿਆਂ ਦਾ ਰੰਗ ਹਰਾ ਕਿਉਂ ਹੁੰਦਾ ਹੈ? ਕਿਉਂਕਿ ਉਹਨਾਂ ਵਿੱਚ ਕਲੋਰੋਫਿਲ ਪ੍ਰੈਜ਼ੈਂਟ ਹੁੰਦਾ ਹੈ, ਜੋ ਉਹਨਾਂ ਨੂੰ ਉਹਨਾਂ ਦਾ ਖਾਣਾ ਬਣਾਉਣ ਵਿੱਚ ਮਦਦ ਕਰਦਾ ਹੈ, ਪ੍ਰਕਾਸ਼ ਸੰਸਲੇਸ਼ਨ ਜਾਂ ਫੋਟੋਸਿੰਥਸਿਸ ਦੀ ਕਿਰਿਆ ਨਾਲ। ਪੱਤਿਆਂ ਵਿੱਚ ਛੋਟੇ ਛੋਟੇ ਛੇਦ ਵੀ ਹੁੰਦੇ ਹਨ, ਜਿਨ੍ਹਾਂ ਨੂੰ ਆਪਾਂ ਸਟੋਮੈਟਾ ਕਹਿੰਦੇ ਹਾਂ। ਇਹ ਸਟੋਮੈਟਾ ਹੀ ਗੈਸਾਂ ਦੇ ਆਦਾਨ ਪ੍ਰਦਾਨ ਵਿੱਚ ਸਹਾਇਤਾ ਕਰਦਾ ਹੈ। ਹੁਣ ਪੱਤਿਆਂ ਦੇ ਕੰਮ ਜਾਂ ਫੰਕਸ਼ਨ ਆਫ ਲੀਵਸ ਫਿਰ ਕੀ ਹਨ? ਪੱਤੇ ਕਲੋਰੋਫਿਲ ਅਤੇ ਸੂਰਜ ਦੀ ਰੋਸ਼ਨੀ ਦੀ ਮੌਜੂਦਗੀ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਤੋਂ ਭੋਜਨ ਤਿਆਰ ਕਰਦੇ ਹਨ। ਇਸ ਪ੍ਰਕਿਰਿਆ ਨੂੰ ਪ੍ਰਕਾਸ਼ ਸੰਸਲੇਸ਼ਨ ਕਿਹਾ ਜਾਂਦਾ ਹੈ। ਪੱਤਿਆਂ ਵਿੱਚ ਅਨੇਕਾਂ ਸਟੋਮੈਟਾ ਹੁੰਦੇ ਹਨ, ਜੋ ਗੈਸਾਂ ਦੇ ਆਦਾਨ ਪ੍ਰਦਾਨ ਵਿੱਚ ਸਹਾਇਤਾ ਕਰਦੇ ਹਨ, ਯਾਨੀ ਕਿ ਪੌਦਿਆਂ ਨੂੰ ਸਾਹ ਲੈਣ ਵਿੱਚ ਮਦਦ ਕਰਦੇ ਹਨ। ਪੌਦੇ ਸਟੋਮੈਟਾ ਦੁਆਰਾ ਵਾਧੂ ਪਾਣੀ ਨੂੰ ਬਾਹਰ ਕੱਢ ਦਿੰਦੇ ਹਨ। ਇਸ ਪ੍ਰਕਿਰਿਆ ਨੂੰ ਟਰਾਂਸਪੀਰੇਸ਼ਨ ਯਾਨੀ ਕਿ ਵਾਸ਼ਪ ਉਤਸਰਜਨ ਕਹਿੰਦੇ ਹਨ। ਇਸ ਨੂੰ ਦਰਸਾਉਣ ਲਈ ਆਪਾਂ ਇੱਕ ਕਿਰਿਆ ਕਰਾਂਗੇ, ਜਿਹਦੇ ਵਿੱਚ ਆਪਾਂ ਨੂੰ ਇਹ ਪਤਾ ਚੱਲੂਗਾ ਕਿ ਪੱਤਿਆਂ ਰਾਹੀਂ ਪੌਦਿਆਂ ਵਿੱਚ ਟਰਾਂਸਪੀਰੇਸ਼ਨ ਦੀ ਕਿਰਿਆ ਹੁੰਦੀ ਹੈ। ਸਭ ਤੋਂ ਪਹਿਲਾਂ ਆਪਾਂ ਇੱਕ ਮੀਡੀਅਮ ਸਾਈਜ਼ ਦੇ ਪੌਦੇ ਦਾ ਗਮਲਾ ਲੈਣਾ ਹੈ। ਉਸ ਨੂੰ ਆਪਾਂ ਇੱਕ ਪੋਲੀਥੀਨ ਬੈਗ ਨਾਲ ਉਸਦੇ ਮੂੰਹ ਤੋਂ ਤੇ ਉਸਦੇ ਤਣੇ ਦੇ ਬੇਸ ਤੋਂ ਇੱਕ ਧਾਗੇ ਨਾਲ ਕਵਰ ਕਰ ਦੇਣਾ ਹੈ। ਉਹਨੂੰ ਆਪਾਂ A ਨਾਮ ਦੇ ਦੇਣਾ ਹੈ। ਫਿਰ ਆਪਾਂ ਉਸਦੇ ਨਾਲ ਹੀ ਇੱਕ ਹੋਰ ਗਮਲਾ ਰੱਖਣਾ ਹੈ, ਜਿਸ ਦੇ ਵਿੱਚ ਆਪਾਂ ਕੋਈ ਪੌਦਾ ਨਹੀਂ ਲੈਣਾ। ਉਸ ਨੂੰ ਵੀ ਆਪਾਂ ਇੱਕ ਪੋਲੀਥੀਨ ਬੈਗ ਨਾਲ ਕਵਰ ਕਰਕੇ ਉਸ ਨੂੰ B ਦਾ ਨਾਮ ਦੇ ਦੇਣਾ ਹੈ। ਹੁਣ ਇਸ ਸੈਟਅਪ ਨੂੰ ਆਪਾਂ 1 ਘੰਟੇ ਲਈ ਧੁੱਪ ਦੇ ਵਿੱਚ ਰੱਖ ਦੇਣਾ ਹੈ ਅਤੇ ਵੇਟ ਕਰਨਾ ਹੈ। ਤੇ ਕੀ ਓਬਜ਼ਰਵ ਹੁੰਦਾ ਹੈ ਆਪਾਂ ਨੂੰ ਕਿ 1 ਘੰਟੇ ਬਾਅਦ ਜੋ A ਵਾਲਾ ਪੋਲੀਥੀਨ ਸੀ, ਉਹਦੇ ਵਿੱਚ ਕੁਝ ਪਾਣੀ ਦੀਆਂ ਬੂੰਦਾਂ ਆ ਗਈਆਂ ਹਨ, ਪਰ B ਦੇ ਵਿੱਚ ਕੋਈ ਪਾਣੀ ਦੀਆਂ ਬੂੰਦਾਂ ਨਹੀਂ ਆਈਆਂ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਲੀਵਸ ਨੇ ਸਟੋਮੈਟਾ ਦੇ ਥਰੂ ਵਾਧੂ ਪਾਣੀ ਨੂੰ ਬਾਹਰ ਕੱਢ ਦਿੱਤਾ ਹੈ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਅੰਦਰ ਵਾਟਰ ਵੈਪਰਸ ਸੰਘਣੇ ਹੋ ਕੇ, ਯਾਨੀ ਕਿ ਮਤਲਬ ਉਹਨਾਂ ਦੀ ਕੰਡੈਂਸੇਸ਼ਨ ਹੋ ਗਈ ਅਤੇ ਉਹ ਪਾਣੀ ਦੀਆਂ ਬੂੰਦਾਂ ਵਿੱਚ ਕਨਵਰਟ ਹੋ ਕੇ ਪੋਲੀਥੀਨ A ਦੇ ਵਿੱਚ ਆ ਗਏ। ਇਹ ਕਿਰਿਆ ਕਰਕੇ ਜੋ ਸਿੱਟਾ ਨਿਕਲਦਾ ਹੈ ਉਹ ਕੀ ਹੈ ਕਿ ਪੱਤਿਆਂ ਰਾਹੀਂ ਪੌਦਿਆਂ ਵਿੱਚ ਵਾਸ਼ਪ ਉਤਸਰਜਨ ਯਾਨੀ ਕਿ ਟਰਾਂਸਪੀਰੇਸ਼ਨ ਦੀ ਕਿਰਿਆ ਹੁੰਦੀ ਹੈ। ਮਤਲਬ ਪੌਦੇ ਸਟੋਮੈਟਾ ਦੁਆਰਾ ਵਾਧੂ ਪਾਣੀ ਨੂੰ ਬਾਹਰ ਕੱਢ ਦਿੰਦੇ ਹਨ। ਇਸ ਪ੍ਰਕਿਰਿਆ ਨੂੰ ਹੀ ਵਾਸ਼ਪ ਉਤਸਰਜਨ ਕਿਹਾ ਜਾਂਦਾ ਹੈ। ਹੁਣ ਤੱਕ ਆਪਾਂ ਤਣਾ ਪ੍ਰਣਾਲੀ ਦੇ 2 ਹਿੱਸੇ ਤਣਾ ਅਤੇ ਪੱਤੇ ਬਾਰੇ ਗੱਲ ਕਰ ਚੁੱਕੇ ਹਾਂ। ਹੁਣ ਆਪਾਂ ਫੁੱਲ ਬਾਰੇ ਪੜ੍ਹਾਂਗੇ। ਫੁੱਲ ਪੌਦੇ ਦਾ ਸਭ ਤੋਂ ਆਕਰਸ਼ਕ, ਰੰਗੀਨ ਅਤੇ ਸੁੰਦਰ ਹਿੱਸਾ ਹੁੰਦਾ ਹੈ। ਫੁੱਲ ਪੌਦੇ ਦਾ ਜਨਨ ਅੰਗ ਹੁੰਦਾ ਹੈ, ਯਾਨੀ ਕਿ ਪਲਾਂਟ ਦਾ ਰੀਪਰੋਡਕਟਿਵ ਪਾਰਟ ਫਲਾਰ ਹੁੰਦਾ ਹੈ। ਅਸੀਂ ਪੌਦਿਆਂ ਨੂੰ ਉਹਨਾਂ ਦੇ ਫੁੱਲਾਂ ਤੋਂ ਵੀ ਪਛਾਣ ਸਕਦੇ ਹਾਂ। ਫੁੱਲ ਜਿਸ ਭਾਗ ਰਾਹੀਂ ਤਣੇ ਨਾਲ ਜੁੜਿਆ ਹੁੰਦਾ ਹੈ, ਉਸ ਨੂੰ ਡੰਡੀ ਕਹਿੰਦੇ ਹਨ, ਯਾਨੀ ਕਿ ਪੈਡੀਸਲ। ਫੁੱਲ ਵਿੱਚ ਮੁੱਖ ਤੌਰ 'ਤੇ 4 ਪ੍ਰਕਾਰ ਦੀਆਂ ਰਚਨਾਵਾਂ ਹੁੰਦੀਆਂ ਹਨ, ਜਿਹਨੂੰ ਆਪਾਂ ਕਹਿੰਦੇ ਹਾਂ ਹਰੀਆਂ ਪੱਤੀਆਂ ਯਾਨੀ ਕਿ ਸੈਪਲਸ, ਰੰਗੀਨ ਪੱਤੀਆਂ ਯਾਨੀ ਕਿ ਪੰਖੁੜੀ ਮਤਲਬ ਪੈਟਲਸ, ਪੁੰਕੇਸਰ ਯਾਨੀ ਕਿ ਸਟੈਮਨ, ਇਸਤਰੀ ਕੇਸਰ ਯਾਨੀ ਕਿ ਪਿਸਟਲ। ਵਾਰੀ ਸਿਰ ਆਪਾਂ ਇਹਨਾਂ 4 ਭਾਗਾਂ ਦੀ ਵਿਸਤਾਰ ਨਾਲ ਜਾਣਕਾਰੀ ਪ੍ਰਾਪਤ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹਰੀਆਂ ਪੱਤੀਆਂ ਦੀ। ਹਰੀਆਂ ਪੱਤੀਆਂ ਹਰਾ ਰੰਗ ਹੋਣ ਕਰਕੇ ਪ੍ਰਕਾਸ਼ ਸੰਸਲੇਸ਼ਨ ਵਿੱਚ ਵੀ ਮਦਦ ਕਰਦੀਆਂ ਹਨ। ਹਰੀਆਂ ਪੱਤੀਆਂ ਦੇ ਸਮੂਹ ਨੂੰ ਕੈਲਿਕਸ ਕਿਹਾ ਜਾਂਦਾ ਹੈ, CALYX, ਕੈਲਿਕਸ। ਜਿੰਨਾ ਟਾਈਮ ਹਜੇ ਕੈਲਿਕਸ ਵਿੱਚੋਂ ਫੁੱਲ ਨਹੀਂ ਖਿੜਦਾ, ਉਹਨਾਂ ਟਾਈਮ ਤੱਕ ਇਹ ਪਹਿਲਾਂ ਕਲੀ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ। ਉਸ ਤੋਂ ਬਾਅਦ ਆ ਗਈਆਂ ਰੰਗੀਨ ਪੱਤੀਆਂ ਯਾਨੀ ਕਿ ਪੰਖੁੜੀਆਂ ਔਰ ਪੈਟਲਸ। ਵੱਖ-ਵੱਖ ਪੌਦਿਆਂ ਦੇ ਫੁੱਲਾਂ ਵਿੱਚ ਇਹ ਰੰਗੀਨ ਪੱਤੀਆਂ ਵੱਖ-ਵੱਖ ਰੰਗ ਦੀਆਂ ਹੁੰਦੀਆਂ ਹਨ। ਹਰੀਆਂ ਪੱਤੀਆਂ ਤੋਂ ਅੰਦਰਲੇ ਭਾਗ ਨੂੰ ਪੰਖੁੜੀਆਂ ਕਿਹਾ ਜਾਂਦਾ ਹੈ। ਇਹ ਰੰਗਦਾਰ ਪੱਤੇ ਵਰਗੀਆਂ ਹੁੰਦੀਆਂ ਹਨ। ਇਹ ਕੀ ਕਰਦੀਆਂ ਹਨ? ਇਹਨਾਂ ਦਾ ਕੰਮ ਕੀ ਹੁੰਦਾ ਹੈ? ਇਹ ਕੀੜੇ ਮਕੌੜਿਆਂ ਨੂੰ ਆਕਰਸ਼ਿਤ ਕਰਦੀਆਂ ਹਨ ਤਾਂ ਜੋ ਪ੍ਰਜਨਨ ਵਿੱਚ ਸਹਾਇਤਾ ਮਿਲ ਸਕੇ, ਯਾਨੀ ਕਿ ਰੀਪਰੋਡਕਸ਼ਨ ਵਿੱਚ ਹੈਲਪ ਮਿਲ ਸਕੇ। ਪੰਖੁੜੀਆਂ ਨੂੰ ਸਮੂਹਿਕ ਤੌਰ 'ਤੇ
ਕਰੋਲਾ ਵੀ ਆਖਦੇ ਹਨ। COROLLA ਕਰੋਲਾ। ਪੌਦੇ ਦੇ ਫੁੱਲ ਦਾ ਨਰ ਜਨਨ ਅੰਗ ਪੁੰਕੇਸਰ ਰਖਵਾਉਂਦਾ ਹੈ, ਜਿਹਨੂੰ ਆਪਾਂ ਕੀ ਕਹਿੰਦੇ ਹਾਂ, ਸਟੈਮਨ। ਇਹ ਫੁੱਲ ਦੀਆਂ ਪੰਖੜੀਆਂ ਦੇ ਅੰਦਰ ਪਾਏ ਜਾਂਦੇ ਹਨ। ਇਹ ਫੁੱਲ ਦਾ ਨਰ ਭਾਗ ਹੈ। ਹਰ ਇੱਕ ਪੁੰਕੇਸਰ ਵਿੱਚ ਇੱਕ ਪਤਲੀ ਡੰਡੀ ਹੁੰਦੀ ਹੈ ਜਿਸ ਨੂੰ ਫਿਲਾਮੈਂਟ ਕਹਿੰਦੇ ਹਨ, ਅਤੇ 2 ਹਿੱਸਿਆਂ ਵਾਲੇ ਸਿਖਰਲੇ ਭਾਗ ਨੂੰ ਪਰਾਗਕੋਸ਼ ਕਹਿੰਦੇ ਹਨ, ਯਾਨੀ ਕਿ ਐਂਥਰ ਕਹਿੰਦੇ ਹਨ। ਪਰਾਗਕੋਸ਼ ਪਰਾਗਕਣ ਪੈਦਾ ਕਰਦੇ ਹਨ, ਯਾਨੀ ਕਿ ਪੋਲਨ ਗ੍ਰੇਨਸ ਪੈਦਾ ਕਰਦੇ ਹਨ, ਅਤੇ ਰੀਪਰੋਡਕਸ਼ਨ ਯਾਨੀ ਕਿ ਪ੍ਰਜਨਨ ਵਿੱਚ ਹਿੱਸਾ ਲੈਂਦੇ ਹਨ। ਫਿਲਾਮੈਂਟ ਅਤੇ ਪਰਾਗਕੋਸ਼ ਮਿਲ ਕੇ ਪੁੰਕੇਸਰ ਬਣਾਉਂਦੇ ਹਨ। ਹੁਣ ਆਪਾਂ ਗੱਲ ਕਰਦੇ ਹਾਂ ਫੁੱਲ ਦੇ ਅੰਦਰਲਾ ਕੇਂਦਰੀ ਭਾਗ, ਜਿਹਨੂੰ ਆਪਾਂ ਇਸਤਰੀ ਕੇਸਰ ਕਹਿੰਦੇ ਹਾਂ। ਇਹ ਫੁੱਲ ਦਾ ਮਾਦਾ ਭਾਗ ਯਾਨੀ ਕਿ ਇਸਤਰੀ ਜਨਨ ਅੰਗ ਕਹਾਉਂਦਾ ਹੈ। ਇਸਤਰੀ ਕੇਸਰ ਇੱਕ ਪਤਲਾ ਬੋਤਲ ਆਕਾਰ ਦਾ ਢਾਂਚਾ ਹੈ ਜੋ ਫੁੱਲ ਦੇ ਕੇਂਦਰ ਵਿੱਚ ਮੌਜੂਦ ਹੁੰਦਾ ਹੈ। ਇਸਤਰੀ ਕੇਸਰ ਦਾ ਸਭ ਤੋਂ ਉੱਪਰਲਾ ਭਾਗ, ਜਿਹੜਾ ਕਿ ਥੋੜ੍ਹਾ ਸਟਿੱਕੀ ਯਾਨੀ ਚਿਪਚਿਪਾ ਹੁੰਦਾ ਹੈ, ਉਹ ਸਟਿਗਮਾ ਕਹਾਉਂਦਾ ਹੈ। ਸਟਿਗਮਾ ਇਸਤਰੀ ਕੇਸਰ ਦਾ ਉਹ ਭਾਗ ਹੈ ਜਿੱਥੇ ਪ੍ਰਜਨਨ ਟਾਈਮ ਪਰਾਗਕਣ ਯਾਨੀ ਕਿ ਪੋਲਨ ਗ੍ਰੇਨਸ ਆ ਕੇ ਚਿਪਕਦੇ ਹਨ। ਸਟਿਗਮਾ ਦੇ ਥੱਲੇ ਇਸਤਰੀ ਕੇਸਰ ਦੇ ਤੰਗ ਮੱਧ ਭਾਗ ਨੂੰ ਸਟਾਈਲ ਕਹਿੰਦੇ ਹਨ ਜਾਂ ਵਰਤਿਕਾ ਕਹਿੰਦੇ ਹਨ। ਸਟਾਈਲ ਦੇ ਥੱਲੇ ਜਾ ਕੇ ਜੋ ਇਸਤਰੀ ਕੇਸਰ ਦਾ ਫੁੱਲਿਆ ਹੋਇਆ ਭਾਗ ਹੁੰਦਾ ਹੈ, ਉਸਨੂੰ ਅੰਡਕੋਸ਼ ਕਿਹਾ ਜਾਂਦਾ ਹੈ। ਇਸ ਵਿੱਚ ਬੀਜ ਅੰਡ ਯਾਨੀ ਕਿ ਓਵਿਊਲਸ ਹੁੰਦੇ ਹਨ ਜੋ ਪ੍ਰਜਨਨ ਵਿੱਚ ਹਿੱਸਾ ਲੈਂਦੇ ਹਨ। ਅਤੇ ਫਰਟੀਲਾਈਜੇਸ਼ਨ ਤੋਂ ਬਾਅਦ ਜਿਹੜਾ ਆਪਣੇ ਕੋਲ ਬੀਜ ਅੰਡ ਹੈ ਯਾਨੀ ਕਿ ਓਵਿਊਲ ਹੈ, ਉਹ ਬੀਜ ਵਿੱਚ ਕਨਵਰਟ ਹੋ ਜਾਂਦਾ ਹੈ, ਬੀਜ ਵਿੱਚ ਬਦਲ ਜਾਂਦਾ ਹੈ, ਅਤੇ ਜੋ ਅੰਡਕੋਸ਼ ਹੈ ਜਾਂ ਓਵਰੀ ਹੈ ਉਹ ਫਲ ਵਿੱਚ ਬਦਲ ਜਾਂਦੀ ਹੈ। ਇਸ ਕਰਕੇ ਬੀਜ ਜਿਹੜਾ ਹੁੰਦਾ ਹੈ ਉਹ ਫਲ ਦੇ ਹਮੇਸ਼ਾ ਅੰਦਰ ਹੀ ਦੇਖਦੇ ਹਾਂ। ਜਿਨ੍ਹਾਂ ਫੁੱਲਾਂ ਵਿੱਚ ਇਸਤਰੀ ਕੇਸਰ ਅਤੇ ਪੁੰਕੇਸਰ ਦੋਨੋਂ ਹੁੰਦੇ ਹਨ, ਉਹਨਾਂ ਨੂੰ 2 ਲਿੰਗੀ ਫੁੱਲ ਕਿਹਾ ਜਾਂਦਾ ਹੈ। ਅਤੇ ਜਿਸ ਫੁੱਲ ਵਿੱਚ ਇਸਤਰੀ ਕੇਸਰ ਜਾਂ ਪੁੰਕੇਸਰ ਦੋਨਾਂ 'ਚੋਂ ਕੋਈ ਇੱਕ ਭਾਗ ਹੁੰਦਾ ਹੈ, ਉਸ ਨੂੰ ਆਪਾਂ ਇੱਕ ਲਿੰਗੀ ਫੁੱਲ ਆਖਦੇ ਹਾਂ। ਇਹ ਸੀ ਫੁੱਲ ਦੇ ਕੁਝ ਮੁੱਖ ਭਾਗ, ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਆਉਂਦੀਆਂ ਹਰੀਆਂ ਪੱਤੀਆਂ ਯਾਨੀ ਕਿ ਸੈਪਲਸ, ਫਿਰ ਉਸ ਤੋਂ ਬਾਅਦ ਰੰਗੀਨ ਪੱਤੀਆਂ ਜਾਂ ਪੰਖੁੜੀਆਂ ਯਾਨੀ ਕਿ ਪੈਟਲਸ, ਉਸ ਤੋਂ ਬਾਅਦ ਆ ਗਿਆ ਨਰ ਜਨਨ ਅੰਗ ਜੋ ਹੈ ਪੁੰਕੇਸਰ ਯਾਨੀ ਕਿ ਸਟੈਮਨ। ਪੁੰਕੇਸਰ ਦੇ ਅੱਗੋਂ 2 ਹਿੱਸੇ ਹਨ, ਪਰਾਗਕੋਸ਼ ਅਤੇ ਫਿਲਾਮੈਂਟ। ਪਰਾਗਕੋਸ਼ ਪਰਾਗਕਣ ਪੈਦਾ ਕਰਦਾ ਹੈ ਅਤੇ ਪ੍ਰਜਨਨ ਵਿੱਚ ਹਿੱਸਾ ਲੈਂਦਾ ਹੈ। ਉਸ ਤੋਂ ਬਾਅਦ ਆ ਗਿਆ ਇਸਤਰੀ ਕੇਸਰ ਯਾਨੀ ਕਿ ਪਿਸਟਲ। ਪਿਸਟਲ ਦੇ ਅੱਗੋਂ 3 ਹਿੱਸੇ ਆ ਜਾਂਦੇ ਹਨ, ਅੰਡਕੋਸ਼, ਸਟਾਈਲ ਅਤੇ ਸਟਿਗਮਾ। ਇਹ ਸੀ ਫੁੱਲ ਦੀ ਸੰਰਚਨਾ। ਹੋਪ ਤੁਹਾਨੂੰ ਸਭ ਨੂੰ ਇਹ ਸਮਝ ਆ ਗਈ ਹੋਏਗੀ। ਬੇਟਾ ਹੁਣ ਤੁਹਾਨੂੰ ਮੈਂ ਸਭ ਕੁਝ ਬਰੀਫ ਵਿੱਚ ਦੱਸਣ ਲੱਗੀ ਹਾਂ, ਤੁਹਾਨੂੰ ਮੈਂ ਇਸ ਚੈਪਟਰ ਵਿੱਚ ਕੀ ਕੀ ਕਰਵਾਇਆ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪੌਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਪੌਦੇ ਆਪਣੀ ਜ਼ਿੰਦਗੀ ਵਿੱਚ ਕੀ ਮਹੱਤਤਾ ਰੱਖਦੇ ਹਨ, ਆਪਾਂ ਨੂੰ ਸਭ ਨੂੰ ਪਤਾ ਹੈ, ਕਿਉਂਕਿ ਪੌਦਿਆਂ ਤੋਂ ਸਾਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਹੈ, ਜਿਵੇਂ ਕਿ ਲੱਕੜ, ਕਾਗਜ਼, ਫਲ, ਫੁੱਲ, ਰਬੜ ਅਤੇ ਗੂੰਦ। ਇਸ ਤੋਂ ਆਪਾਂ ਨੂੰ ਆਕਸੀਜਨ ਵੀ ਮਿਲਦੀ ਹੈ, ਜਿਸ ਨਾਲ ਆਪਾਂ ਸਾਹ ਲੈਂਦੇ ਹਾਂ। ਇਸ ਕਰਕੇ ਪੌਦੇ ਮਨੁੱਖ ਦੀ ਜ਼ਿੰਦਗੀ ਵਿੱਚ ਉਸਦੇ ਜੀਣ ਲਈ ਬਹੁਤ ਮਹੱਤਵਪੂਰਨ ਥਾਂ ਰੱਖਦੇ ਹਨ। ਉਸ ਤੋਂ ਬਾਅਦ ਆ ਗਿਆ ਪੌਦਿਆਂ ਦੀ ਵੱਖ-ਵੱਖ ਕਿਸਮਾਂ, ਉਹਨਾਂ ਦੀ ਉਚਾਈ ਅਤੇ ਤਣੇ ਦੀ ਕਿਸਮ ਦੇ ਆਧਾਰ 'ਤੇ। ਉਹ ਕੀ ਹੈ? ਉਹਦੀਆਂ 3 ਕਿਸਮਾਂ ਹਨ, ਬੂਟੀ, ਝਾੜੀ ਅਤੇ ਰੁੱਖ। ਬੂਟੀ ਛੋਟੇ ਆਕਾਰ ਵਾਲੇ ਪੌਦੇ ਹਨ, 1 ਮੀਟਰ ਤੋਂ ਘੱਟ ਉਚਾਈ ਵਾਲੇ। ਤਣਾ ਕਿਵੇਂ ਦਾ ਹੁੰਦਾ ਹੈ? ਨਰਮ ਅਤੇ ਹਰਾ। ਉਸ ਤੋਂ ਬਾਅਦ ਬੇਟੇ ਆ ਗਈ ਝਾੜੀ। ਇਹ ਦਰਮਿਆਨੇ ਆਕਾਰ ਦੀ ਹੁੰਦੀ ਹੈ। ਇਸ ਦੀ ਉਚਾਈ 1 ਤੋਂ ਲੈ ਕੇ 3 ਮੀਟਰ ਤੱਕ ਹੁੰਦੀ ਹੈ। ਇਸ ਦਾ ਤਣਾ ਸਖਤ ਹੁੰਦਾ ਹੈ ਅਤੇ ਇਹਨਾਂ ਦੀਆਂ ਸ਼ਾਖਾਵਾਂ ਜ਼ਮੀਨ ਦੇ ਬਿਲਕੁਲ ਨਾਲ ਯਾਨੀ ਕਿ ਤਣੇ ਦੇ ਆਧਾਰ ਦੇ ਬਿਲਕੁਲ ਨੇੜੇ ਹੁੰਦੀਆਂ ਹਨ। ਉਸ ਤੋਂ ਬਾਅਦ ਬੇਟਾ ਰੁੱਖ ਯਾਨੀ ਕਿ ਟਰੀਜ਼। ਇਹ ਲੰਬੇ ਅਤੇ ਵੱਡੇ ਆਕਾਰ ਦੇ ਪੌਦੇ ਹਨ। ਇਹਨਾਂ ਦੀ ਉਚਾਈ ਕਿੰਨੀ ਹੁੰਦੀ ਹੈ? 3 ਮੀਟਰ ਤੋਂ ਵੱਧ। ਇਹਨਾਂ ਦਾ ਤਣਾ ਮਜ਼ਬੂਤ ਹੁੰਦਾ ਹੈ। ਇਹਨਾਂ ਦੀਆਂ ਸ਼ਾਖਾਵਾਂ ਤਣੇ ਦੇ ਆਧਾਰ ਤੋਂ ਉੱਪਰ ਨਿਕਲਦੀਆਂ ਹਨ, ਯਾਨੀ ਕਿ ਜ਼ਮੀਨ ਤੋਂ ਕੁਝ ਉਚਾਈ 'ਤੇ। ਇਸ ਤੋਂ ਬਾਅਦ ਕੀਤਾ ਆਪਾਂ ਕਰੀਪਰ ਅਤੇ ਕਲਾਈਂਬਰ ਵੇਲ। ਇਹ ਦੋਨੋਂ ਪੌਦਿਆਂ ਦੇ ਤਣੇ ਬਹੁਤ ਕਮਜ਼ੋਰ ਹੁੰਦੇ ਹਨ ਅਤੇ ਇਹ ਆਪ ਸਿੱਧੇ ਖੜ੍ਹੇ ਨਹੀਂ ਹੋ ਸਕਦੇ। ਕਰੀਪਰ ਵੇਲ ਜ਼ਮੀਨ 'ਤੇ ਫੈਲ ਜਾਂਦੀ ਹੈ ਅਤੇ ਕਲਾਈਂਬਰ ਵੇਲ ਆਸ-ਪਾਸ ਦੀਆਂ ਵਸਤੂਆਂ ਦਾ ਸਹਾਰਾ ਲੈਂਦੀ ਹੈ। ਬੇਟਾ ਸਭ ਨੇ ਸਭ ਤਰ੍ਹਾਂ ਦੇ ਪੌਦਿਆਂ ਦੀ ਉਦਾਹਰਨਾਂ ਵੀ ਯਾਦ ਕਰਨੀਆਂ ਹਨ। ਉਸ ਤੋਂ ਬਾਅਦ ਬੇਟਾ ਬਣਤਰ ਦੇ ਆਧਾਰ 'ਤੇ ਪੌਦੇ ਦੇ ਕਿਹੜੇ ਹਿੱਸੇ ਹਨ? ਜੜ ਪ੍ਰਣਾਲੀ ਅਤੇ ਤਨਾ ਪ੍ਰਣਾਲੀ।
ਪੌਦੇ ਦੇ ਜ਼ਮੀਨ ਤੋਂ ਹੇਠਾਂ ਵਾਲੇ ਹਿੱਸੇ ਨੂੰ ਜੜ ਪ੍ਰਣਾਲੀ ਕਿਹਾ ਜਾਂਦਾ ਹੈ। ਜੜ੍ਹਾਂ ਮਿੱਟੀ ਵਿੱਚ ਪੌਦੇ ਦੀਆਂ ਪਕੜ ਬਣਾ ਕੇ ਰੱਖਦੇ ਹਨ ਤਾਂ ਜੋ ਇਹ ਡਿੱਗ ਨਾ ਪਵੇ। ਜੜ੍ਹਾਂ ਮਿੱਟੀ ਵਿੱਚੋਂ ਪਾਣੀ ਅਤੇ ਖਣਿਜਾਂ ਨੂੰ ਵੀ ਸੋਖਦੀਆਂ ਹਨ। ਕੁਝ ਜੜ੍ਹਾਂ ਭੋਜਨ ਵੀ ਜਮ੍ਹਾਂ ਕਰਦੀਆਂ ਹਨ, ਜਿਵੇਂ ਕਿ ਚੁਕੰਦਰ ਅਤੇ ਗਾਜਰ। ਜੜ੍ਹਾਂ ਮਿੱਟੀ ਨੂੰ ਖੁਰਨ ਤੋਂ ਵੀ ਰੋਕਦੀਆਂ ਹਨ। ਜੜ੍ਹਾਂ ਦੀਆਂ ਅੱਗੋਂ ਆਪਾਂ ਦੋ ਕਿਸਮਾਂ ਕੀਤੀਆਂ, ਮੂਸਲ ਜੜ ਅਤੇ ਰੇਸ਼ੇਦਾਰ ਜੜ। ਮੂਸਲ ਜੜ ਇੱਕ ਮੁੱਖ ਜੜ ਹੈ ਜੋ ਜੜ ਦੇ ਆਧਾਰ ਤੋਂ ਲੰਬਕਾਰੀ ਤੌਰ 'ਤੇ ਥੱਲੇ ਵੱਲ ਨੂੰ ਉੱਗਦੀ ਹੈ ਅਤੇ ਪਾਸੇ ਦੀਆਂ ਛੋਟੀਆਂ-ਛੋਟੀਆਂ ਜੜ੍ਹਾਂ ਵਿੱਚ ਵੰਡੀ ਜਾਂਦੀ ਹੈ। ਪਰ ਰੇਸ਼ੇਦਾਰ ਜੜ, ਇਸ ਵਿੱਚ ਕੋਈ ਮੁੱਖ ਜੜ ਨਹੀਂ ਹੁੰਦੀ। ਰੇਸ਼ੇਦਾਰ ਜੜ੍ਹਾਂ ਦਾ ਇੱਕ ਸਮੂਹ ਹੁੰਦਾ ਹੈ ਜਿਹੜੀਆਂ ਤਣੇ ਦੇ ਆਧਾਰ ਤੋਂ ਸ਼ੁਰੂ ਹੁੰਦੀਆਂ ਹਨ ਅਤੇ ਮਿੱਟੀ ਵਿੱਚ ਹੇਠਾਂ ਵੱਲ ਵੱਧਦੀਆਂ ਹਨ। ਮੂਸਲ ਜੜ ਦੇ ਪੌਦੇ ਦੇ ਪੱਤਿਆਂ ਵਿੱਚ ਜਾਲੀਦਾਰ ਸਿਰਾ ਵਿਨਿਆਸ ਹੁੰਦਾ ਹੈ ਅਤੇ ਰੇਸ਼ੇਦਾਰ ਜੜ ਵਾਲੇ ਪੌਦਿਆਂ ਦੇ ਪੱਤਿਆਂ ਵਿੱਚ ਸਮਾਨਾਂਤਰ ਸਿਰਾ ਵਿਨਿਆਸ ਹੁੰਦਾ ਹੈ। ਇਹ ਸੀ ਬੇਟੇ ਜੜ ਪ੍ਰਣਾਲੀ। ਹੁਣ ਆਪਾਂ ਕਰਾਂਗੇ ਤਨਾ ਪ੍ਰਣਾਲੀ। ਪੌਦੇ ਦੇ ਜ਼ਮੀਨ ਤੋਂ ਉੱਪਰ ਵਾਲੇ ਹਿੱਸੇ ਨੂੰ ਤਨਾ ਪ੍ਰਣਾਲੀ ਕਿਹਾ ਜਾਂਦਾ ਹੈ। ਇਸ ਵਿੱਚ ਤਨਾ, ਪੱਤੇ ਅਤੇ ਫੁੱਲ ਮੁੱਖ ਹਿੱਸਾ ਹਨ। ਤਨਾ ਪੌਦੇ ਦਾ ਮੁੱਖ ਧੁਰਾ ਹੁੰਦਾ ਹੈ। ਇਹ ਪੌਦੇ ਨੂੰ ਸਿੱਧਾ ਰੱਖਣ ਵਿੱਚ ਮਦਦ ਕਰਦਾ ਹੈ। ਤਨਾ ਪਾਣੀ ਅਤੇ ਖਣਿਜਾਂ ਨੂੰ ਜੜ੍ਹਾਂ ਤੋਂ ਸੋਖ ਕੇ ਪੌਦੇ ਦੇ ਉੱਪਰਲੇ ਭਾਗਾਂ ਤੱਕ ਪਹੁੰਚਾਉਂਦਾ ਹੈ। ਕੁਝ ਤਨੇ ਭੋਜਨ ਸਮੱਗਰੀ ਵੀ ਜਮ੍ਹਾਂ ਕਰਦੇ ਹਨ, ਜਿਵੇਂ ਆਲੂ, ਅਦਰਕ, ਹਲਦੀ। ਉਸ ਤੋਂ ਬਾਅਦ ਬੇਟੇ ਪੱਤਾ ਪੌਦੇ ਦਾ ਇੱਕ ਪਤਲਾ, ਚਪਟਾ ਅਤੇ ਹਰੇ ਰੰਗ ਦਾ ਭਾਗ ਹੈ ਜੋ ਤਨੇ ਦੀ ਗੰਢ ਤੋਂ ਉੱਭਰਦਾ ਹੈ। ਪੱਤੇ ਦੇ ਉੱਪਰ ਵਾਲੀਆਂ ਰੇਖਾਵਾਂ, ਉਹਨਾਂ ਨੂੰ ਸ਼ਿਰਾਵਾਂ ਆਖਦੇ ਹਨ। ਜੋ ਪੱਤੇ ਦੇ ਵਿਚਕਾਰ ਮੋਟੀ ਰੇਖਾ ਹੈ ਉਸ ਨੂੰ ਆਪਾਂ ਮੱਧ ਸ਼ਿਰਾ ਆਖਦੇ ਹਾਂ। ਪੱਤੇ ਦੇ ਚਪਟੇ, ਹਰੇ ਅਤੇ ਫੈਲੇ ਹੋਏ ਹਿੱਸੇ ਨੂੰ ਪੱਤਾ ਬਲੇਡ ਜਾਂ ਲੈਮੀਨਾ ਆਖਦੇ ਹਨ ਤੇ ਪੱਤੇ ਦਾ ਉਹ ਭਾਗ ਜਿਸ ਰਾਹੀਂ ਉਹ ਤਨੇ ਨਾਲ ਜੁੜਿਆ ਹੁੰਦਾ ਹੈ ਉਸ ਨੂੰ ਪੱਤੇ ਦੀ ਡੰਡੀ ਆਖਿਆ ਜਾਂਦਾ ਹੈ। ਪੱਤੇ ਉੱਤੇ ਬਣੇ ਇਹ ਸ਼ਿਰਾਵਾਂ ਦੇ ਡਿਜ਼ਾਈਨ ਜਾਂ ਢਾਂਚੇ ਨੂੰ ਸ਼ਿਰਾ ਵਿਨਿਆਸ ਆਖਦੇ ਹਨ। ਇਹ ਦੋ ਕਿਸਮਾਂ ਦਾ ਹੁੰਦਾ ਹੈ, ਜਾਲੀਦਾਰ ਅਤੇ ਸਮਾਨਾਂਤਰ ਸ਼ਿਰਾ ਵਿਨਿਆਸ। ਜਦੋਂ ਸ਼ਿਰਾਵਾਂ ਇੱਕ ਜਾਲ ਵਰਗੀ ਬਣਤਰ ਬਣਾਉਂਦੀਆਂ ਹਨ ਤਾਂ ਇਸ ਨੂੰ ਜਾਲੀਦਾਰ ਸ਼ਿਰਾ ਵਿਨਿਆਸ ਆਖਦੇ ਹਨ ਅਤੇ ਜਦੋਂ ਸ਼ਿਰਾਵਾਂ ਇੱਕ ਦੂਜੇ ਦੇ ਸਮਾਨਾਂਤਰ ਹੁੰਦੀਆਂ ਹਨ ਤਾਂ ਅਜਿਹੇ ਸ਼ਿਰਾ ਵਿਨਿਆਸ ਨੂੰ ਸਮਾਨਾਂਤਰ ਸ਼ਿਰਾ ਵਿਨਿਆਸ ਆਖਦੇ ਹਨ। ਪੱਤੇ ਪੌਦਿਆਂ ਦੀ ਭੋਜਨ ਬਣਾਉਣ ਵਿੱਚ ਮਦਦ ਕਰਦੇ ਹਨ ਅਤੇ ਇਹਨਾਂ ਵਿੱਚ ਗੈਸਾਂ ਦਾ ਆਦਾਨ ਪ੍ਰਦਾਨ ਸਟੋਮੇਟਾ ਦੇ ਰਾਹੀਂ ਹੁੰਦਾ ਹੈ। ਪੱਤੇ ਰਾਹੀਂ ਪੌਦਿਆਂ ਵਿੱਚ ਵਾਸ਼ਪ ਉਤਸਰਜਨ ਦੀ ਕਿਰਿਆ ਹੁੰਦੀ ਹੈ। ਹੁਣ ਬੇਟਾ ਤਨਾ ਪ੍ਰਣਾਲੀ ਦਾ ਲਾਸਟ ਹਿੱਸਾ ਜੋ ਕਿ ਹੈ ਫੁੱਲ ਪੌਦੇ ਦਾ ਸਭ ਤੋਂ ਸੁੰਦਰ, ਆਕਰਸ਼ਕ ਅਤੇ ਰੰਗੀਨ ਹਿੱਸਾ ਹੈ। ਇਹ ਪੌਦੇ ਦਾ ਜਨਨ ਅੰਗ ਹੁੰਦਾ ਹੈ। ਇਸ ਦੇ ਕੁਝ ਮੁੱਖ ਭਾਗ ਹਨ, ਡੰਡੀ ਜਿਹਨੂੰ ਆਪਾਂ ਪੈਡੀਸਲ ਕਹਿੰਦੇ ਹਾਂ, ਹਰੀਆਂ ਪੱਤੀਆਂ ਜਿਹਨੂੰ ਆਪਾਂ ਸੈਪਲਸ ਕਹਿੰਦੇ ਹਾਂ, ਨਰ ਜਨਨ ਅੰਗ ਪੁੰਕੇਸਰ ਯਾਨੀ ਕਿ ਸਟੈਮਨ। ਉਸ ਦੇ ਅੱਗੋਂ ਦੋ ਭਾਗ ਹਨ, ਪਰਾਗਕੋਸ਼ ਮੀਨਸ ਐਂਥਰ ਅਤੇ ਫਿਲਾਮੈਂਟ। ਇਸਤਰੀ ਜਨਨ ਅੰਗ ਯਾਨੀ ਕਿ ਇਸਤਰੀ ਕੇਸਰ ਮੀਨਸ ਪਿਸਟਲ। ਇਸ ਦੇ ਅੱਗੋਂ ਤਿੰਨ ਪਾਰਟਸ ਨੇ, ਸਟਿਗਮਾ, ਸਟਾਈਲ ਅਤੇ ਓਵਰੀ ਨੂੰ ਕੀ ਕਹਿੰਦੇ ਨੇ, ਅੰਡਕੋਸ਼। ਤੇ ਇਹ ਸੀ ਬੇਟਾ ਤੁਹਾਡਾ ਪਾਰਟ ਨੰਬਰ 7 ਪੌਦਿਆਂ ਨੂੰ ਜਾਣੋ। ਆਈ ਹੋਪ ਤੁਹਾਨੂੰ ਇਹ ਚੈਪਟਰ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।